ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਚੈਨਲ ਗਲੋ ਮੀਡੀਆ। ਮੈਂ ਤੁਹਾਡਾ ਤਰਨਦੀਪ ਸਿੰਘ। ਅੱਜ ਅਸੀਂ ਪਹੁੰਚੇ ਹੋਏ ਹਾਂ ਗੁਰਦੁਆਰਾ ਅਮਰਨਾਥ ਬਿੰਦਰਖ ਪਿੰਡ ਦੇ ਵਿੱਚ ਆ। ਇੱਕ ਇਤਿਹਾਸਿਕ ਗੁਰਦੁਆਰਾ ਬਾਬਾ ਅਮਰਨਾਥ ਜੀਆਂ ਦੇ, ਕਿਉਂਕਿ ਇਹ ਬਿੰਦਰਖੀਏ ਸੁਰਜੀਤ ਬਿੰਦਰਖੀਏ ਦਾ ਵੀ ਪਿੰਡ ਆ। ਉੱਥੇ ਹੀ ਇਹ ਸਥਾਨ ਆ। ਸੁੱਖਾਂ ਵਾਰਾਂ ਆਉਂਦੀਆਂ ਨੇ। ਬਾਬਾ ਅਮਰਨਾਥ ਜੀ ਬਹੁਤ ਜ਼ਿਆਦਾ ਹਰ ਐਤਵਾਰ ਨੂੰ ਇਕੱਠ ਹੁੰਦਾ ਹੈ ਇੱਥੇ। ਹਰ ਐਤਵਾਰ ਇੱਥੇ ਸੁੱਖਾਂ ਵਾਰਾਂ ਆਉਂਦੀਆਂ ਨੇ। ਕਿਸੇ ਦੇ ਪੁੱਤ ਨਹੀਂ ਜੰਮਦਾ, ਕਿਸੇ ਨੇ ਪਰਦੇਸੀ ਜਾਣਾ, ਜਾਂ ਕੋਈ ਬਿਮਾਰੀ ਤੋਂ ਪੀੜਤ ਆ, ਕੋਈ ਉਹਨਾਂ ਰੋਗੀਆਂ ਦੇ ਰੋਗ ਟੁੱਟਦੇ ਨੇ। ਸੰਗਤ ਦਾ ਠਾਠਾ ਮਾਰ ਦਾ ਇਕੱਠ ਵੀ ਤੁਹਾਨੂੰ ਦਿਖਾਵਾਂਗੇ। ਆਓ ਜਾਣਦੇ ਹਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੀ ਆ। ਗੁਰਦੁਆਰਾ ਸਾਹਿਬ ਦਾ ਜੋ ਇਤਿਹਾਸ ਆ, ਬਾਬਾ ਜੀਆਂ ਤੋਂ, ਸੰਗਤਾਂ ਤੋਂ ਆਪਾਂ ਤੁਹਾਡੇ ਨਾਲ ਜਾਣੂ ਕਰਵਾਵਾਂਗੇ। ਆਓ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ। ਸਤਿ ਸ਼੍ਰੀ ਅਕਾਲ ਜੀ। ਗੁਰਦੁਆਰਾ ਬਿੰਦਰਖ ਇੱਕ ਇਤਿਹਾਸਿਕ ਗੁਰਦੁਆਰਾ। ਦਸਮ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਸਥਾਨ 'ਤੇ ਕੁਝ ਵਕਤ ਰਹਿ ਕੇ ਗਏ ਨੇ। ਸਾਡੇ ਨਾਲ ਬਾਬਾ ਜੀ ਜੁੜੇ ਹੋਏ ਨੇ। ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਾਬਾ ਜੀ ਤੋਂ ਜਾਣੂ ਕਰਵਾਉਣੇ। ਬਾਬਾ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਤੁਹਾਡਾ ਨਾਮ ਜੀ? ਸ਼ੇਰ ਸਿੰਘ ਹੈ ਜੀ। ਅੱਛਾ ਬਾਬਾ ਜੀ, ਜਿਹੜਾ ਇਹ ਬਿੰਦਰਖ ਗੁਰਦੁਆਰਾ, ਇਹਦਾ ਇਤਿਹਾਸ ਕੀ ਹੈ ਜੀ? ਇਹਦਾ ਇਤਿਹਾਸ ਬੜਾ ਲੰਬਾ ਅਤੇ ਚੌੜਾ ਹੈ, ਬਹੁਤ ਇਤਿਹਾਸਕ ਹੈ ਜੀ। ਪਹਿਲਾਂ ਉਰੇ ਸੰਤ ਤਪੱਸਿਆ ਕਰਦੇ ਤੇ ਜੀ। ਪਿੰਡ ਕੋਈ ਨਹੀਂ ਤਾਂ ਉਰੇ ਜੀ। ਅਸੀਂ ਵੀ ਬਾਦਮਾ ਪਿੰਡ ਬੁੜੇ ਦੱਸਿਆ ਕਰਦੇ ਸੀ, ਬਾਦਮਾ ਬਸਿਆ। ਇਹ 100 ਸਾਲ 'ਤੇ ਗੁਰਦੁਆਰਾ ਸਮਾਧ ਬਣੀ ਪਹਿਲਾਂ ਬਾਬੇ ਦੀ। ਜੀ। ਸਮਾਧ ਬਣਾਈ ਉਹਨਾਂ ਨੇ ਵੀ ਸਮਾਧ ਦਿਓ, ਫਿਰ ਕਹਿੰਦੇ ਵੀ ਗੁਰਦੁਆਰਾ ਬਣਾਓ। ਜੀ। ਇਹ ਬਾਬਿਆਂ ਦੇ ਬਚਨ ਹੋਏ, ਭਗਤ ਖੇਲੇ ਕਰਦੇ ਤੇ ਉਹਨਾਂ ਨੂੰ ਮਹਿਰਾਜ ਕਰਦੀ ਸੀ। ਅੱਛਾ ਜੀ। 5 ਭਗਤ ਹੁੰਦੇ ਤੇ, ਇੱਕ ਘਟੌੜ ਦਾ ਹੁੰਦਾ ਤਾ, ਇੱਕ ਚੁਪਕੀ ਦਾ ਉਹਨਾਂ ਦਾ, ਸਾਡੇ ਪਿੰਡ ਦਾ ਇੱਕ ਮੁਨਸੀ ਭਗਤ ਹੁੰਦਾ ਤਾ ਜਿਹਨੇ ਪ੍ਰਕਾਸ਼ ਕਰਿਆ, ਮੁਨਸੀ ਭਗਤ ਜੀ। ਉਹ ਸਾਡੇ ਪਿੰਡ ਦਾ ਤਾ। ਉਹਨੂੰ ਹਲ ਵਾਹੁੰਦੇ ਨੂੰ ਮੇਰ ਹੋ ਜਾਂਦੀ ਸੀ ਬਾਬਿਆਂ ਦੀ। ਇਹ ਕੋਈ ਮੰਨਦਾ ਤਾਂ ਨਹੀਂ ਹੁਣ, ਜਿਹੜੀ ਸਾਨੂੰ ਪਤਾ ਨਾ ਵੀ ਬਾਬਿਆਂ ਦੀ ਮਿਹਰ 'ਤੇ ਸਾਰਾ ਕੁਝ ਬਣਿਆ। ਉਹ 2 ਨਿਸ਼ਾਨ ਜਿਹੜੇ ਖੜ੍ਹੇ ਆ, ਹਾਂਜੀ, 2 ਅਸੀਂ ਪਹਿਲਾਂ ਦੇਖੇ। ਹਾਂਜੀ ਬਿਲਕੁਲ। ਉਹਨੂੰ ਸਾਨੂੰ ਬਹੁਤ ਪੁੱਛੇ ਕਰਦੇ ਵੀ ਇਹ 2 ਨਿਸ਼ਾਨ ਕਾਹਤੇ ਆ। ਹਾਂਜੀ। ਫਿਰ ਬਾਬੇ ਨੇ ਪਹਿਲਾਂ ਕਿਹਾ ਵੀ ਗੁਰਦੁਆਰਾ ਪਾਓ। ਪਿਛਲਾ ਗੁਰਦੁਆਰਾ ਬਾਬੇ ਦੇ ਬਚਨ 'ਤੇ ਪਿਆ ਵਾ। ਹਾਂਜੀ। ਸਾਡਾ 5-4 ਘਰ 'ਤੇ ਪਿੰਡ ਮਾ ਗੁਰਦੁਆਰਾ ਦਾ ਜਦ 2 ਖਣਾ ਦਾ ਵੀ ਨਹੀਂ ਤਾਂ ਪੈਂਦਾ। ਪਹਿਲੀਆਂ ਪੁਰਾਣੀਆਂ ਗੱਲਾਂ 100 ਸਾਲ ਪਹਿਲਾਂ ਜੀ। ਉਹ ਕਹਿੰਦੇ ਵੀ ਗੁਰਦੁਆਰਾ ਪਾਓ। ਕਹਿੰਦੇ ਬਾਬਾ ਜੀ ਪੈਸੇ ਤਾਂ ਹੈ ਨਹੀਂ,
ਕਹਿੰਦੇ ਪੈਸੇ ਆਪੇ ਹੋ ਜਾਣੇ, ਤੁਸੀਂ ਗੁਰਦੁਆਰਾ ਪਾਓ। ਅੱਛਾ ਜੀ। ਇਹ ਪਹਿਲਾਂ ਗੁਰਦੁਆਰੇ ਹੀ ਪਾਇਆ, ਉਹ ਤੋਂ ਬਾਅਦ ਮੈਂ ਬਰੈਂਡਾ ਇੱਕ ਬੰਦੇ ਨਹੀਂ ਪਾਤਾ, ਖੰਡ ਦੇ ਨੇ। ਅੱਛਾ ਜੀ, ਮਾਨਪੁਰ ਖੰਡ ਜਿਹੜਾ। ਹਾਂ, ਉੱਥੇ ਦਾ ਰਿਸ਼ਤੇਦਾਰ ਤਾਂ ਉਹਦੇ ਦਾ ਪ੍ਰਾਹੁਣਾ ਤਾਂ ਉਹ। ਅੱਛਾ ਜੀ। ਉਹਨਾਂ ਬਰੈਂਡਾ ਚਾਰਜ ਫਿਰ ਇਹਦਾ ਪਾਤਾ। ਅੱਛਾ ਜੀ। ਅਸੀਂ ਵੀ ਪੱਥਰੇ ਪੜ੍ਹਿਆ, ਅੱਛਾ ਜੀ। ਆ ਪੱਥਰ ਲਿਖਿਆ ਵਾ ਤੋਰਿਆ ਬਰੈਂਡੇ ਪਰ ਜੀ। ਵੀ ਆਹ ਉਹਨੇ ਪਾਇਆ ਵਾ, ਇਕੱਲੇ ਨਹੀਂ। ਉਹਦੇ ਬਾਅਦ ਚੱਲਦਾ ਚੱਲਦਾ ਕੰਮ ਚੱਲੀ ਗਿਆ। ਫਿਰ ਕਹਿੰਦੇ ਨਿਸ਼ਾਨ ਸਾਹਿਬ ਚੜ੍ਹਾਓ। ਅੱਛਾ ਜੀ। ਇਹ ਨਿਸ਼ਾਨ ਸਾਹਿਬ ਚੜ੍ਹਾਇਆ ਹੈ ਗੁਰਦੁਆਰੇ ਦਾ। ਤੇ ਗੁਰਦੁਆਰੇ ਦੇ ਵਿੱਚ ਬਜ਼ੁਰਗ ਜਿੱਦਾਂ ਕਹਿ ਰਹੇ ਨੇ ਗੁਰੂ ਗੋਬਿੰਦ ਮਹਾਰਾਜ ਜੀ ਲੰਘੇ ਜਾ ਰਹੇ ਸੀਗੇ, ਬਾਬਾ ਅਮਰਨਾਥ ਨਾ ਤਪੱਸਿਆ। ਪਿੱਛੇ ਆਉਂਗੀ ਗੱਲ। ਅੱਛਾ ਜੀ। ਅੱਛਾ ਜੀ। ਇਹ ਮੈਂ ਸ਼ੁਰੂ ਕਰੀ ਨਾ ਪਹਿਲਾਂ ਤੇ ਅੱਛਾ ਜੀ। ਇਤਿਹਾਸ ਪੂਰਾ ਦੱਸਣਾ। ਠੀਕ ਹੈ ਜੀ। ਠੀਕ ਹੈ। ਇਹ ਆਵਲੇ ਮੰਨਦੇ ਤੇ ਤਾਂ ਖੜ ਜੂ। ਹਾਂ, ਜੇ ਉਨੀ ਕੀ ਗੱਲ ਕਰੀਏ ਫਿਰ ਤਾਂ ਉੱਥੇ ਹੀ ਚਲੇ ਗਈ। ਹਾਂ ਬਿਲਕੁਲ। ਮੈਂ ਤੁਹਾਨੂੰ ਜੜ੍ਹਾਂ ਤੇ ਚੱਲਿਆ, ਠੀਕ ਹੈ ਜੀ। ਬਿਨਾਂ ਨਿਊ ਤੇ ਚਬਾਰਾ ਪਾਉਣਾ। ਅੱਛਾ, ਠੀਕ ਹੈ ਜੀ। ਹਾਂਜੀ। ਇਹਦਾ ਮਤਲਬ ਵੀ ਬਿਨਾਂ ਨਿਊ ਤੇ ਚਬਾਰਾ ਤਾਂ ਨਹੀਂ ਪੈ ਸਕਦਾ। ਹਾਂ, ਕਹਾਵਤ ਹੈ ਇੱਕ। ਹਾਂਜੀ, ਜੇ ਨੂਰ ਰੱਖੋਗੇ ਚਬਾਰਾ ਤਾਂ ਹੀ ਪਾਉ। ਬਿਲਕੁਲ ਜੀ। ਉਹਦੇ ਬਾਅਦ ਫਿਰ ਇੱਥੇ ਕੰਮ ਚੱਲਦਾ ਰਿਹਾ। ਮੈਂ ਗੁਰਦੁਆਰਾ ਪੈ ਗਿਆ, ਕਹਿੰਦੇ ਵੀ ਨਿਸ਼ਾਨ ਸਾਹਿਬ ਚੜ੍ਹਾਓ ਲੋਹੜੀ ਨੂੰ। ਜੀ। ਇਹ ਨਿਸ਼ਾਨ ਸਾਹਿਬ ਨਹੀਂ ਚੜ੍ਹਿਆ, ਪਿੰਡ ਦੇ ਸਾਰੇ ਇਕੱਠੇ ਹੋ ਕੇ ਆਏ। ਜੀ। ਨਿਸ਼ਾਨ ਸਾਹਿਬ ਗਿਰਜੇ ਕਰ। ਅੱਛਾ, ਉਸ ਵਕਤ ਜੀ। ਫਿਰ ਮੁਨਸੀ ਭਗਤ ਨੂੰ ਫਿਰ ਇਹਨਾਂ ਨੇ ਕਿਹਾ ਵੀ ਮਹਾਰਾਜ ਦੇਖੋ ਵੀ ਇਹ ਨਿਸ਼ਾਨ ਸਾਹਿਬ ਚੜ੍ਹਦਾ ਕਾਹਤੇ ਨਹੀਂ ਹੈ। ਜੀ। ਉਹ ਫਿਰ ਮਿਹਰ ਆਈ। ਉਹ ਕਹਿੰਦਾ ਵੀ ਪਹਿਲਾਂ ਐਂ ਕਰੋ ਤੁਸੀਂ ਵੀ ਮੇਰਾ ਵੀ ਨਿਸ਼ਾਨ ਸਾਹਿਬ ਚੜ੍ਹਾਓ। ਅੱਛਾ। ਇਹ ਬਾਬਿਆਂ ਦਾ ਨਿਸ਼ਾਨ ਸਾਹਿਬ ਹੈ ਜਿਹੜਾ ਛੋਟਾ। ਅੱਛਾ ਜੀ। ਉਹ ਕਹਿੰਦੇ ਵੀ ਸਾਡਾ ਵੀ ਨਿਸ਼ਾਨ ਸਾਹਿਬ ਚੜ੍ਹਾਓ, ਵੀ ਦੂਆ ਨਿਸ਼ਾਨ ਆਪੇ ਚੜ੍ਹ ਜੂੰਗਾ। ਫਿਰ ਜੀ। ਚੱਲ ਜਾ ਛੋਟਾ ਵੀ ਮੇਰਾ ਛੋਟਾ ਬਣਾਇਓ, ਮਹਾਰਾਜ ਦੇ ਪਰ ਤਾਂ ਖੰਡਾ ਲਾਇਓ, ਨਾਲੇ ਬੜਾ ਚੜ੍ਹਾਇਓ। ਹਾਂਜੀ। ਮਹਾਰਾਜ ਸਾਤੇ ਬੜੇ ਹੈ, ਹਾਂਜੀ। ਅਸੀਂ ਉਹਨਾਂ ਦੇ ਭਗਤ ਹਾਂ। ਜੀ। ਵੀ ਇਹ ਛੋਟਾ ਚੜ੍ਹਾਓ। ਫਿਰ ਉਹ ਕਹਿੰਦੇ ਵੀ ਨਿਸ਼ਾਨ ਕਿਆ ਲਾਈਏ ਜੀ ਇਹਦੇ ਪਰ। ਕਹਿੰਦਾ ਇਹਦੇ ਪਰ ਐਂ ਲਾ ਦਿਓ ਜਿਹੜਾ ਉਹ ਲਾਇਆ ਵਾ। ਹਾਂਜੀ। ਹਾਂ, ਬਾਤ ਐਂ ਨਹੀਂ ਲਾਇਆ ਵਾ ਹਾਂਜੀ, ਬਿਲਕੁਲ। ਹੱਥ ਪੰਜਾ। ਉਹ ਫਿਰ ਚੜ੍ਹ ਗਏ ਦੋਏ ਨਿਸ਼ਾਨ ਸਾਹਿਬ। ਇੱਕ ਤਾਂ ਗੋਲ ਆ ਹੈ ਨਾ ਜੀ, ਇੱਕ ਜਿਹੜਾ ਥੜਾ ਬਣਿਆ ਹੋਇਆ, ਇੱਕ ਵਿੱਚ ਕੱਟ ਪਾਇਆ ਹੋਇਆ ਹੈ ਤਾਂ ਦੋਏ ਗੋਲੇ ਹੈ ਜੀ। ਉਹ ਦੋਏ ਨਿਸ਼ਾਨ ਸਾਹਿਬ ਚੜ੍ਹ ਗਏ। ਜੀ। ਮੱਥਾ ਟੇਕਿਆ, ਫਿਰ ਕਹਿੰਦੇ ਦੋਏ ਚੜੂਗੇ ਇਹ। ਹੁਣ ਇਹ ਜੱਦੇ ਦੋਏ ਨਿਸ਼ਾਨ ਸਾਹਿਬ। ਉਹ ਤੋਂ ਬਾਅਦ ਫਿਰ ਚੱਲਦਾ ਰਿਹਾ ਪ੍ਰੋਗਰਾਮ। ਜਾਂ ਸਮਾਧੀ ਵੀ ਕੱਚੀ ਹੁੰਦੀ ਸੀ ਜੀ। ਬਾਬਾ ਜੀ। ਉਹ ਤੋਂ ਬਾਅਦ ਫਿਰ ਇੱਕ ਦਾ ਵਿਆਹ ਨਹੀਂ ਤਾਂ ਹੁੰਦਾ ਮੁੰਡਿਆਂ ਨੂੰ। ਅੱਛਾ ਜੀ। 4-5 ਘਰ ਤੇ ਜ਼ਮੀਨ ਤਾਂ ਸਾਰੀ ਪਿੰਡ ਰੱਖਦੀ ਉਹਦੀ। ਅੱਛਾ ਜੀ। ਯਾਨੀ ਜਾਂ ਘੱਟ ਹੋਏ ਕਰਦੇ ਪਏ ਉਹਨੂੰ ਸੁੱਖੀ ਵੀ ਮੈਂ ਸਮਾਧੀ ਪੱਕੀ ਬਣਾਊਂਗਾ ਵੀ ਮੇਰੇ ਮੁੰਡਿਆਂ ਦੇ ਵਿਆਹ ਹੋ ਜਾਣ। ਕਿਸੇ ਸੁੱਖ ਲਈ ਹੈ ਨਾ। ਹਾਂ, ਸੁੱਖ ਲਈ। ਉਹ ਦੋਏ ਮੁੰਡਿਆਂ ਦੇ ਵਿਆਹ ਹੋ ਗਏ। ਅੱਛਾ ਜੀ। ਉਹਨਾਂ 'ਚ ਜਿਹੜੀ ਸੁੱਖੀ ਤੀ ਉਹ ਟਰੰਕ ਮਾ ਸੰਦੂਖ ਮਾ ਪੈਸੇ ਰੱਖਤੇ। ਹਾਂਜੀ। ਉਹ ਭੁੱਲ ਗਿਆ ਫਿਰ ਆ ਹੋ ਜਾਂਦਾ ਦੇ ਵਕਤ ਜ਼ਿਆਦਾ ਲੱਗ ਗਿਆ। ਜੀ ਜੀ ਜੀ। ਉਹ ਫਿਰ ਮਿਹਰ ਹੋਈ ਮਹਾਰਾਜ ਜੀ। ਉਹ ਕਹਿੰਦਾ ਮਹਾਰਾਜ ਹੁਣ ਔਲਾਦ ਨਹੀਂ ਹੁੰਦੀ। ਅੱਛਾ ਜੀ। ਉਹ ਕਹਿੰਦਾ ਔਲਾਦ ਪਹਿਲਾਂ ਵਿਆਹ ਦੀ ਤਾਂ ਸੁੱਖ ਦੇ। ਅੱਛਾ ਜੀ। ਤੂੰ ਪਹਿਲਾਂ ਵਿਆਹ ਚੁੱਕੇ, ਹਾਂਜੀ, ਫਿਰ ਵਿਆਹ ਹੋ ਗਏ, ਔਲਾਦ ਤਾਂ ਆਊਗੀ, ਪਹਿਲਾਂ ਉਹ ਸੁੱਖ ਦੇ। ਜਿਹੜੇ ਟਰੰਕ 'ਚ ਪੈਸੇ ਸਮਾਧੀ ਨੂੰ ਪੱਕੇ ਕਰ। ਜੀ। ਸਮਾਧੀ ਪੱਕੀ ਕਰਤੀ ਉਹਨੇ ਜੀ। ਸਮਾਧੀ ਪੱਕੀ ਕਰਕੇ ਉਹਦੇ 2 ਮੁੰਡੇ ਜੰਮੇ। ਇੱਕ ਨਹੀਂ ਤਾਂ ਜੰਮਦਾ, ਫਿਰ 2 ਜੰਮੇ। ਅੱਛਾ। ਵਾਹ। ਇੱਕ ਭਾਈ ਉਹਦਾ ਮਰ ਗਿਆ ਤਾ, ਫਿਰ ਉਹਦੇ ਘਰ 2 ਬਿਠਾਲਤੀਆਂ ਦੀਆਂ ਜੀ। ਇੱਕ ਤਾਂ ਉਹਦੇ ਵੀ ਜੰਮ ਗਿਆ ਪਹਿਲੀ ਦਾ। ਅੱਛਾ। ਫਿਰ ਇੱਕ ਦੂਈ ਦੇ ਵੀ ਜੰਮ ਗਿਆ। 2 ਇੱਕੋ ਰਾਤ ਨੂੰ ਜੰਮੇ ਬੰਦੇ। ਅੱਛਾ। 2 ਮੁੰਡੇ ਇੱਕ ਰਾਤ ਨੂੰ। ਉਹ ਜਿਹਨੇ ਸੁੱਖ ਉਹਦੇ ਘਰ। ਠੀਕ ਹੈ ਜੀ। ਜਦ ਪੱਕੀ ਕਰਤੀ ਸਮਾਧ, ਸਾਲ ਬਾਅਦ 2 ਮੁੰਡੇ ਜੰਮੇ। ਠੀਕ ਹੈ ਜੀ। ਜੰਮ ਗਏ ਜੀ। ਉਹ ਤੋਂ ਬਾਅਦ ਫਿਰ ਉਹਨਾਂ ਸਮਾਧੀ ਪੱਕੀ ਕਰਕੇ ਦਰਵਾਜ਼ਾ ਵੀ ਲਾਤਾ ਜੀ। ਚੱਲ ਸੁੱਖ ਚੱਲ ਪਈ। ਫਿਰ ਉਹਦੇ ਦੂਈ ਬਹੂ ਦੇ ਜੰਮੇ 4 ਮੁੰਡੇ ਹੋਰ। ਅੱਛਾ। ਦੂਜੀ ਬਹੂ ਦੇ 4 ਪੁੱਤ ਜੰਮੇ। ਇੱਕ ਦਾ 5 ਜੰਮੇ, ਇੱਕ ਦਾ 1। ਅੱਛਾ ਜੀ। ਜਿਹੜਾ ਇੱਕ ਤਾਂ ਉਹ ਗੁਰਦੁਆਰੇ ਹੀ ਰਹਿ ਕਰਦਾ, ਸੇਵਾ ਕਰਦਾ ਤਾ ਜੀ। ਉਰੇ ਗੁਰਦੁਆਰਾ ਸਾਹਿਬ। ਹਾਂ, ਉਹਦਾ ਗੁਰਦੁਆਰਾ ਸੇਵਾ ਕਰਦਾ, ਉਹ ਹੀ ਕਰਦਾ ਰਿਹਾ। ਮੈਂ ਉਹਦੇ ਗੈਰ ਰਿਹਾ ਨਾ। ਅੱਛਾ ਜੀ। 50 ਸਾਲ ਰਿਹਾ ਉਹਦੇ ਗੈਰ। ਉਹਦਾ ਨਾਂ ਤਾਂ ਮਹਾਂ ਸੀ। ਅੱਛਾ, ਮਹਾਂ ਜੀ। ਠੀਕ ਹੈ ਜੀ। ਦੂਆ ਭਾਈ ਜੰਮਿਆ ਤਾਂ ਉਹਦਾ ਜਿੱਦਾਂ ਇੱਕੋ ਰਾਤ ਨੂੰ ਇੱਕ ਮਹਾਂ ਸੀ, ਇੱਕ ਬਾਬੂ ਜੀ। ਜਾਣਦੇ ਪਿੰਡ ਦੇ ਸਾਰੇ ਹੀ ਐ ਵੀ ਜਾਣਦੇ ਜੀ। ਉਹ ਫਿਰ 2 ਮੁੰਡੇ ਜੰਮੇ ਤੇ ਉਹਦੇ, ਫਿਰ ਹੋਰ 4 ਹੋਰ ਜੰਮ ਗਏ ਜੀ। ਹੋ ਗਏ। ਹਾਂਜੀ। ਇੱਥੇ ਇਤਿਹਾਸ ਚੱਲ ਪਿਆ ਫਿਰ ਗੁਰਦੁਆਰਾ ਸਾਹਿਬ ਦਾ। ਹਾਂ, ਫਿਰ ਇੱਥੇ ਕਮਰੇ ਪਾਉਣ ਲੱਗ ਗਏ
ਹਾਂਜੀ। ਜਦ ਤਾਂ ਟਕੇ ਹੀ ਚੜੇ ਕਰਦੇ ਤੇ। ਹੁਣ ਵੀ ਮੈਂ ਦੇਖਿਆ ਬਹੁਤ ਸੰਗਤ ਬਾਪੂ ਜੀ ਸਿੱਧਾ ਲੈ ਕੇ ਆਉਂਦੀ ਆ ਹੈ ਨਾ, ਬੜੀਆਂ ਸੁੱਖਾਂ ਬਾਰਾਂ ਇਹ ਮੈਂ ਦੱਸਣਾ ਹਰੇਕ ਵਿੱਚ ਤੈਨੂੰ ਦੱਸੀ ਜਾਣਾ, ਮੈਨੂੰ ਤੂੰ ਮਾੜਾ ਜਿਹਾ ਪੁੱਛ ਲਈ ਗੱਲ। ਠੀਕ ਹੈ ਜੀ, ਹਾਂਜੀ ਠੀਕ ਹੈ ਵੀ ਆ ਬਾਪੂ ਜੀ। ਕਿੱਕਣ ਹੋਇਆ। ਹਾਂ ਜੀ। ਉਹ ਤੋਂ ਬਾਅਦ ਫਿਰ ਮਾਇਆ ਘੱਟ ਚੜ੍ਹਦੀ ਸੀ। ਗੁਰਦੁਆਰਾ ਸਾਹਿਬ 'ਚ ਉਰਾ ਆਉਂਦੇ ਤੇ ਜਦ 10 ਕੁ ਬੰਦੇ ਐਤਵਾਰ ਨੂੰ। ਹੂੰ। ਇਹ ਮੇਰੇ ਹੁੰਦੀ ਦੀਆਂ ਗੱਲਾਂ ਇਹ ਅੱਛਾ। ਇਹ ਮੇਰੇ ਹੁੰਦੀ ਦੀਆਂ ਗੱਲਾਂ ਜਾਂ ਤੁਹਾਨੂੰ ਬਜ਼ੁਰਗੋ ਬਾਪੂ ਜੀ ਕਿੰਨਾ ਵਕਤ ਹੋ ਗਿਆ? ਮੈਨੂੰ 50 ਸਾਲ ਉਰੇ ਗੁਰਦੁਆਰੇ ਮੈਂ ਨਹੀਂ ਜਾਂਦਾ ਕਿਤੇ ਵੀ, ਉਰੀ ਰਹਿਣਾ। ਅੱਛਾ ਜੀ। ਪਿੰਡ ਮੇਰਾ ਇਹੀ ਹੈ। ਤੇ ਗੁਰਬਾਣੀ ਵੀ ਤੁਸੀਂ ਪਾਠ ਵਗੈਰਾ ਕਰਦੇ ਹੋ ਜੀ? ਪਾਠ ਪਹਿਲਾਂ ਕਰੇ ਕਰਦੇ, ਹੁਣ ਅਸੀਂ ਗ੍ਰੰਥੀ ਰੱਖੇ ਵੀ, ਮੁਲਾਜ਼ਮ ਰੱਖੇ ਵੀ ਸਾਰੇ। ਠੀਕ ਹੈ ਜੀ, ਠੀਕ ਹੈ। ਹਾਂ, ਮੈਂ ਆਪਾਂ ਮੁੱਦੇ ਦੀ ਗੱਲ ਤੇ ਆਈ। ਅੱਛਾ, ਫਿਰ ਜਦੋਂ ਉਹਦੇ ਬੱਚੇ ਜੰਮ ਪਏ ਫਿਰ ਜੀ ਅੱਗੇ? ਬਾ ਫਿਰ ਉਹ ਭਗਤ ਬਣ ਗਿਆ, ਉਹਦਾ ਉਹ ਮੁੰਡਾ ਸੇਵਾ ਕਰਨ ਲੱਗ ਗਿਆ, ਮਾਂ ਸੀ ਦਾ ਜਿਹੜਾ ਹਾਂਜੀ ਜਥੇਦਾਰ ਬਣ ਗਿਆ ਇਲਾਕੇ ਵਿੱਚ, ਜੀ ਜ਼ਿਲ੍ਹੇ ਦਾ ਜਥੇਦਾਰ ਬਣ ਗਿਆ। ਫਿਰ ਉਹ ਹੁਣ ਸੇਵਾ ਕਰਨ ਦਾ ਬਹੁਤ ਸ਼ੌਂਕ ਦਾ ਬੰਦੇ ਨੂੰ ਜੀ। ਉਹਦੇ ਬਾਅਦ ਫਿਰ ਚੱਲਦਾ ਕੰਮ ਚੱਲੀ ਗਿਆ ਗਾਹਾਂ, ਥੋੜ੍ਹਾ ਬਹੁਤਾ 5 ਤੇ 10 ਹੋ ਗਏ, 10 ਤੇ 20 ਬੰਦੇ ਹੋ ਗਏ। ਜੁੜਦੀ ਕੀ ਸੰਗਤ? ਸੁੱਖਾਂ ਬਾਰ ਆਉਣ ਲੱਗ ਗਈਆਂ, ਮੁੰਡੇ ਹੋਣ ਲੱਗ ਗਏ। ਹੋਇਆ ਜਾਣੀ ਦੁੱਧ ਪੁੱਤ ਸਭ ਕੁਝ ਮਿਲਦਾ ਜਿਹੜਾ ਮੰਗਲਵਾ ਨਾ ਵੀ। ਇਹ ਫਿਰ ਸਾਰੀਆਂ ਚੀਜ਼ਾਂ ਸੁੱਖਾਂ ਬਾਰ ਆਉਣ ਲੱਗ ਗਈਆਂ, ਸੰਗਤਾਂ ਵਧਣ ਲੱਗ ਗਈਆਂ। ਇਹ ਸਾਡੀ ਦੇਖ ਦੇ ਪਿੱਛੇ ਹੁਣ ਦੇਖ ਲਓ ਤੁਸੀਂ 10 ਬੰਦਿਆਂ ਤੇ ਹੁਣ ਗਿਣੋ ਨੇ ਨਹੀਂ, ਮੈਂ ਖੁਦ ਕਿਆ ਜਾਣਦਾ, ਦੇਖੋ ਕਿੰਨੀਆਂ ਗੱਡੀਆਂ ਖੜੀਆਂ ਨੇ, ਅਣਗਿਣਤ ਸੰਗਤਾਂ ਦਾ ਇਕੱਠ, ਕਾਫੀ ਠੱਠ ਮਾਰਦਾ ਇਕੱਠ। ਠੱਠਾ ਮਾਰਦਾ ਇਕੱਠ ਹੈ। ਬਿਲਕੁਲ ਜੀ ਬਿਲਕੁਲ। ਹਰ ਸੰਡੇ ਬਾਪੂ ਜੀ? ਹਰ ਐਤਵਾਰ? ਹਰ ਐਤਵਾਰ ਜੀ। ਹਰ ਐਤਵਾਰ 8-9 ਅਖੰਡ ਪਾਠ ਹੁੰਦੇ। ਅੱਛਾ, ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ? ਹਾਂ ਜੀ, ਉਹ ਮੁੰਡਿਆਂ ਦੇ ਹੀ ਹੈ। ਅੱਛਾ। ਇਹ ਬਾਹਰ ਨੂੰ ਜਾਣੇ ਵਾਲੇ ਨੇ ਦੂਰੋਂ ਵੀ ਸੰਗਤ ਆਉਂਦੀ ਹੈ, ਬਾਹਰੋਂ ਜਾਣਾ? ਬਾਹਰ ਦਿੱਲੀ ਸਹੀ, ਬੰਬੇ ਸਹੀ, ਬਾਹਰ ਤੇ ਕੈਨੇਡਾ ਤੇ ਉਹ ਵਾਹ ਵਾਹ ਵਾਹ, ਸੰਗਤਾਂ ਆਉਂਦੀਆਂ। ਇਹ ਸੁੱਖਾਂ ਬਾਰਾਂ ਆਉਂਦੀਆਂ ਨੇ ਤਾਂ ਹੀ ਇਹਨਾਂ ਸੰਗਤ ਜੁੜਦੀ ਹੈ। ਹਾਂ, ਸੁੱਖਾਂ ਬਾਹਰ ਆਉਂਦੀਆਂ। ਉਹ ਜੋ ਮਰਜ਼ੀ ਸੁੱਖ ਲੈ, ਆਪਣੇ ਕੱਦ ਦੇ ਹਿਸਾਬ ਗੈਲ। ਹਾਂਜੀ। ਹੁਣ ਬਾਬਾ ਜੀ ਕਹਿੰਦੇ ਵੀ ਐਂ ਵੀ ਨਹੀਂ ਵੀ ਤੁਸੀਂ ਸਾਰੇ ਹਾਂ ਠੀਕ ਹੈ, ਠੀਕ ਹੈ। ਮੇਰੇ 10 ਪੈਸੇ ਸੁੱਖ ਲੈ ਚਾਹੋ, ਜਿੰਨੀ ਕੁ ਚਾਦਰਾਂ ਉਹਨਾਂ ਕਹਿਣਾ ਸੁੱਖ ਲਓ। ਬਿਲਕੁਲ। ਹਾਂ, ਚਾਦਰ ਨਾ ਪਾੜ ਵੀ ਆਪਣੀ, ਹਾਂ ਚਾਦਰ ਦੇ ਹਿਸਾਬ ਹੈ ਪੈਰ ਸਾਰੇ। ਬਿਲਕੁਲ। ਉਹਦੇ ਬਾਅਦ ਇਹ ਸੰਗਤਾਂ ਸਾਰੀਆਂ ਸੁੱਖਾਂ ਦੀਆਂ ਹੀ ਆਏ, ਸਾਰਿਆਂ ਨੂੰ ਕੋਈ ਨਾ ਕੋਈ ਮਿਲਿਆ ਵਾ ਜੀ। ਨਹੀਂ ਬੁਲਾਏ ਤੇ ਨਹੀਂ ਬੰਦਾ ਕੋਈ ਆਉਂਦਾ। ਬਿਲਕੁਲ ਜੀ। ਇਹ ਉਰੇ ਫਿਰ ਲੋਹੜੀ ਦਾ ਮੇਲਾ ਬਣ ਲੱਗ ਗਿਆ। ਅੱਛਾ ਜੀ, ਲੋਹੜੀ ਦਾ ਸਾਲਾਨਾ ਹਰ ਸਾਲ? ਹਾਂ, ਉਹ ਲੋਹੜੀ ਪਹਿਲਾਂ ਡੇਰਾ ਭਰੇ ਕਰਦੀ ਸੀ, ਇੱਕ ਸਾਥੇ ਕਹਾਂ ਇੱਕ ਡੇਰਾ। ਅੱਛਾ ਜੀ। ਆ ਵੀ ਡੇਰਾ ਹੀ ਹੈ, ਉਹ ਵੀ ਡੇਰਾ ਹੀ ਹੈ ਨਾ। ਮਹਾਰਾਜ ਨੇ ਵੀ ਬਾਬਾ ਜੀ ਨੇ ਗੁਰਦੁਆਰਾ ਪਾਇਆ ਵੀ ਗੁਰਦੁਆਰਾ ਪਾਓ ਤੁਸੀਂ ਜੀ, ਵੀ ਤਰੱਕੀ ਹੋਊਗੀ ਤੁਹਾਡੀ ਪਿੰਡ ਦੀ। ਸਾਰੇ। ਹਾਂ। ਅੱਛਾ, ਕਿਸੇ ਨੂੰ ਆ ਕੇ ਦੱਸੇ ਬਾਬਾ ਜੀ ਨੇ ਜਿਹੜੇ ਉਹ ਮਿਹਰ ਆਉਂਦੀ ਸੀ। ਅੱਛਾ ਜੀ। ਬਾਬਾ ਜੀ ਦਾ ਦੇਖਿਆ ਨਹੀਂ ਕਿਸੇ ਨੇ ਵੀ। ਅੱਛਾ ਜੀ। ਬਾਬਾ ਜੀ ਸਾਡੇ ਪਿੰਡ ਦੇ ਬੰਦੇ ਨੇ ਦੇਖਿਆ ਉਹ ਕਿਸੇ ਨੇ ਵੀ। ਅੱਛਾ ਜੀ। ਇਹਦਾ ਫਿਰ ਉਹ ਭਗਤ ਦੱਸਦੇ ਤੇ ਹਵਾ ਆਉਂਦੀ ਸੀ ਉਹਨਾਂ ਨੂੰ। ਹੁਣ ਪਾਉਣ ਨਹੀਂ ਆਉਂਦੀ, ਨਹੀਂ ਭਗਤੀ ਨਹੀਂ ਹੁੰਦੀ ਕਿਸੇ ਤੇ। ਨਹੀਂ ਬਿਲਕੁਲ ਜੀ। ਆ ਤਾਂ ਹੁਣ ਵੀ ਜਾਵੇ। ਹਾਂ ਬਿਲਕੁਲ ਜੀ। ਭਗਤੀ ਨਹੀਂ ਕਰਦਾ ਹੁਣ ਸੱਚ ਤੇ ਚੱਲਣ ਵਾਲਾ ਬਾਪੂ ਜੀ ਕੋਈ ਬਜ਼ੁਰਗ ਹੈ ਹੀ ਨਹੀਂ ਬਾਬਾ ਜੀ। ਹੁਣ ਜਿਹੜੀ ਜੇ ਉਰੇ ਰਹਿਣੇ ਵਾਲੇ ਨੂੰ ਕੋਈ ਕੁਝ ਕਹਿ ਦਿੰਦਾ ਹੈ, ਇਹ ਬਾਬਾ ਜੀ ਉਹਦੇ ਕਾ ਕਰੋਪ ਹੋ ਜਾਂਦਾ। ਅੱਛਾ ਜੀ। ਕਿਉਂਕਿ ਮੈਂ ਰਹਿਣਾ, ਮੇਰੇ ਤੇ ਪਹਿਲਾਂ ਹੋਰ ਰਹਿੰਦਾ ਤਾ ਕੋਈ, ਇੱਕ ਤਾਂ ਰੌਣਕ ਦੀ ਰਹਿ ਕਰਦਾ ਤਾ ਭਗਤ ਗੁਰਦੁਆਰਾ। ਉਹਨੂੰ ਕਿਸੇ ਨੇ ਪਿੰਡ ਦੇ ਨੇ ਕਹਿ ਦਿੱਤਾ ਵੀ ਮੈਸ ਰੱਖ ਲਈ ਉਹਨਾਂ ਸੰਗਤ ਨੂੰ ਚਾਹ ਪਿਲਾਉਣ ਵਾਸਤੇ। ਹਾਂਜੀ। ਉਹ ਕਹਿੰਦਾ ਵੀ ਚਰੀ ਬੀਜ ਲਈ ਤਾਂ ਮੈਸ ਰੱਖ ਲਈ। ਹਾਂ। ਉਹ ਗਿਆ ਲੜ ਪਿਆ। ਹਾਂ। ਉਹਨਾਂ ਦੇ 3 ਜੀ ਬਿਮਾਰ ਹੋ ਗਏ। ਅੱਛਾ, ਜਿਹੜਾ ਬੰਦਾ ਲੜਿਆ ਤਾ? ਹਾਂ। ਫਿਰ ਉਹ ਮੁਨਸੀ ਭਗਤ ਨੂੰ ਬੁਲਾ ਕੇ ਲਿਆਏ। ਬਾਬਾ ਜੀ ਸਾਡੇ ਭਾਈ ਆ ਕੰਮ ਯਾ ਦੱਸੋ ਕਿਆ ਗਲਤੀ ਹੋ ਗਈ। ਮੁਨਸੀ ਭਗਤ ਕੱਟੜ ਵੀ ਕਹਿ ਲਈ ਨਾ, ਪੂਰੇ ਕਰੋਪੀ ਵੀ ਨੇ। ਹਾਂ, ਫਿਰ ਖੇਲਿਆ। ਅੱਛਾ ਜੀ। ਖੇਲ ਕੇ ਕਹਿੰਦਾ ਮੇਰੇ ਭਗਤਾਂ ਨੂੰ ਕਿਆ ਕਿਹਾ? ਕਹਿੰਦਾ ਜੀ ਮੇਰੇ ਤੇ ਕਹਿ ਹੋ ਗਿਆ ਗੁੱਸੇ ਵਿੱਚ। ਹਾਂਜੀ। ਐ ਜਾ ਮਾਫੀ ਮੰਗੋ ਤੇ ਅੱਛਾ ਜੀ। 3 ਬੰਦੇ ਰਾਜੀ ਹੋ ਜੂਗੇ। 3 ਬੰਦੇ ਰਾਜੀ ਹੋ ਗਏ ਜੀ। ਜਾਂ ਡਾਕਟਰਾਂ ਦਾ ਫਾਇਦਾ ਨਹੀਂ ਹੋਇਆ। ਹਾਂਜੀ ਹਾਂਜੀ। ਬਾਬੇ ਦੇ ਬਚਨਾਂ ਤੇ ਜਦੇ ਠੀਕ ਹੋ ਗਏ ਜੀ। ਉਹਦੇ ਬਾਅਦ ਉਹਦਾ ਵਚਨ ਹੋਏ ਵੇ ਵੀ ਜਿਹੜਾ ਸੇਵਾ ਕਰੂੰਗਾ ਉਹਦੇ ਬਾਅਦ ਕਿਸੇ ਚੀਜ਼ ਦਾ ਤੋੜਾ ਨਹੀਂ ਰਹੂੰਗਾ ਜੀ। ਇਹ ਪ੍ਰਤੱਖ ਗੱਲ ਹੈ। ਇਹ ਪਾ ਕੁਛ ਵੀ ਨਹੀਂ ਤਾਂ ਨਾ, ਜਿਹੜਾ ਉਹ ਸੱਚੇ ਮਨ ਤੇ ਸੇਵਾ ਕਰੂੰਗਾ ਉਹਦੇ ਪਾ ਕਿਸੇ ਚੀਜ਼ ਦਾ ਤੋੜਾ ਨਹੀਂ ਹੋਊਗਾ ਜੀ। ਜਿਹੜਾ ਉਰੇ ਤੇ ਚੀਜ਼ ਚੱਕ ਘਰ ਨੂੰ ਲੈ ਜੂੰਗਾ ਉਹ ਚੀਜ਼ਾਂ ਚੱਕਣੇ ਜੋਗੇ ਰਹਿ ਜੂੰਗਾ। ਇਹ ਵੀ ਬਚਨ ਹੋਏ ਵੇ। ਚਾਹੇ ਕੋਈ ਚੱਪਲਾਂ ਕਿਉਂਕਿ ਕਹਿ ਵੀ ਦਿੰਦੇ ਲੋਕੀ ਚੱਪਲਾਂ ਚੱਕ ਲੈਂਦੇ ਨੇ। ਹਾਂ। ਸਹੀ ਗੱਲ ਆ। ਇਹ ਚੀਜ਼ ਚੱਕ ਬਚਨ ਹੁੰਦੇ ਨੇ, ਉਹ ਚੱਕਣੇ ਜੋਗੇ ਰਹੂੰਗਾ। ਬਚਨ ਹੋਏ ਬਾਬੇ ਦੇ, ਇਹ ਸਾਡੇ ਬਚਨ ਨਹੀਂ ਹੈ। ਨਹੀਂ। ਹਾਂਜੀ ਹਾਂਜੀ ਬਾਬਾ ਉਹਦੇ ਜੀ। ਬਚਨ ਸਮਾਧੀ ਗੱਲ ਦੇ। ਠੀਕ ਹੈ ਜੀ। ਜਿਹੜਾ ਉਹਨੂੰ ਤੰਗ ਕਰੂੰਗਾ ਉਹਨੂੰ ਮੈਂ ਆਪੇ ਦੇਖੂੰਗਾ। ਅੱਛਾ ਜੀ। ਬਸ ਬੰਦਾ ਸੱਚਾ ਚਾਹੀਦਾ, ਐ ਨਹੀਂ ਵੀ ਮੈਂ ਉਹਦੇ ਦਾ ਨਾਲੇ ਚੋਰ ਹੈ ਨਾਲੇ ਫਿਰ ਸੇਵਾ ਕਰੀ ਹਾਂ ਸੇਵਾ ਕਰੀ ਜਾਣੀ, ਉਹਦੀ ਨਹੀਂ ਮੰਨਦਾ ਬਾਬਾ।
ਚਿੱਟੇ ਕੱਪੜੇ ਤਨ ਖੋਟੇ ਮਨ ਚੋਰ, ਚਿੱਟੇ ਜਿਨ੍ਹਾਂ ਦੇ ਕੱਪੜੇ ਮਨ ਖੋਟੇ ਕਰ। ਇਹ ਆਪ ਸਜ਼ਾ ਦਿੰਦਾ ਜਿਹਨੂੰ ਦਿੰਦਾ। ਅੱਛਾ ਜੀ। ਇਹ ਕਹਿੰਦਾ ਵੀ ਪਿੰਡ ਦੇ ਨਾ ਦਿਓ, ਮੈਂ ਆਪੇ ਦੇ ਦੇਣਾ, ਆਪੇ ਸਜ਼ਾ ਦਊਂਗਾ। ਉਹ ਤੋਂ ਬਾਅਦ ਫਿਰ ਹੋਇਆ ਵੀ ਬਹੁਤ, ਅਸੀਂ ਕੇਸ ਦੇਖੇ ਆ ਜਿਹੜੇ ਇਹੋ ਜਿਹੇ, ਮੈਂ ਨਹੀਂ ਦੱਸ ਨਹੀਂ ਸਕਦੇ, ਬਹੁਤ ਬਿਲਕੁਲ ਬਿਲਕੁਲ ਬੜਾ ਇਤਿਹਾਸ ਬਣ ਜਾਣਾ। ਹਾਂ ਬਿਲਕੁਲ। ਉਹਦੇ ਬਾਅਦ ਫਿਰ ਭਾਈ ਇੱਥੇ ਤੇ ਜਾਂ ਗਾਹਾਂ ਤੇ ਕਰਦੇ ਗਏ। ਇੱਕ ਤਾਂ ਉੱਥੇ ਖੂਹ ਪੱਟਦੇ ਰਹੇ, ਉਹਦੇ ਵਿੱਚ ਉਰੇ ਤੇ ਜਾ ਕੇ ਲੱਕੜ ਰੱਖ ਕੇ ਉੱਪਰ ਨੂੰ ਉਹ ਬਣਾ ਲਈ ਛੱਤ ਜੀ, ਬਾਹਰ ਮਿੱਟੀ ਕੱਢਣੇ। ਅੱਛਾ ਜੀ। ਉਹ ਟੁੱਟ ਗਈ ਲਟੈਣ। ਹਾਂ, ਟੁੱਟ ਕੇ ਖੂਹ ਦੇ ਵਿੱਚ ਜਿਹੜਾ ਮਿੱਟੀ ਕੱਢਦਾ ਤਾ ਡਬੋਲੀਆ, ਹਾਂਜੀ, ਉਹ ਲੋਕ ਕਹਿੰਦੇ ਵੀ ਮਰ ਗਿਆ। ਅੱਛਾ ਜੀ। ਉਹਦੇ ਤੇ ਡੇਗੀ ਹੈ ਜਾ ਕੇ। ਹਾਂ, ਉਹਦੀ ਫਿਰ ਆਵਾਜ਼ ਆਈ ਵੀ ਮੈਂ ਜਿਉਂਦਾ ਹੀ ਹਾਂ, ਮੈਨੂੰ ਕੱਢ ਲਓ। ਇਹ ਮਹਾਰਾਜ ਦੀ ਫੇਰ ਭਗਤ ਨੂੰ ਲਿਆਏ, ਉਸੇ ਭਗਤ ਨੂੰ ਜਾਂ ਮੁਨਸੀ ਭਗਤ ਤਾ ਉਹ ਪਹਿਲੀ ਤੁਹਾਡੀ ਅੱਖੀ ਦੇਖਿਆ ਮੁਨਸੀ ਨੂੰ, ਜਾਣਦੇ ਤੁਸੀਂ ਜੀ? ਦੇਖਿਆ ਜੀ ਨਿਆਣੇ ਤੇ ਜਦ। ਅੱਛਾ ਜੀ, ਬਚਪਨ। ਇਹ 50 ਸਾਲ ਤੇ 60 ਸਾਲ ਤੇ ਪਹਿਲਾਂ ਦੀ ਗੱਲ ਹੈ। ਠੀਕ ਹੈ ਜੀ। ਦੇਖਿਆ ਪਤਾ ਹੈ, ਇਹਨੇ ਸਾਨੂੰ ਸੋਝੀ ਨਹੀਂ ਤੀ ਜਦ ਜੀ। ਅਸੀਂ ਫਿਰ ਮਹਾਂਸੀਰੇ ਹੀ ਦੇਖੇ ਸਾਰੇ। ਅੱਛਾ ਜੀ। ਉਹਦੇ ਬਾਅਦ ਜੀ ਗੱਲ ਹੋਈ, ਫਿਰ ਉਹ ਬਾਹਰ ਕੱਢ ਲਿਆ, ਫਿਰ ਭਗਤ ਨੂੰ ਲਿਆਏ ਬੁਲਾ ਕੇ, ਕਹਿੰਦੇ ਕਿਆ ਗਲਤੀ ਹੋ ਗਈ ਮੁਨਸੀ ਭਗਤ ਨੂੰ? ਹਾਂ ਜੀ। ਉਹ ਸਮਾਧੀ ਪਰ ਖੜਾ ਤਾ ਦਰਖਤ, ਉਹਨੂੰ ਵੱਢ ਲੈ ਗਏ। ਅੱਛਾ, ਹੁਣ ਵੀ ਦਰਖਤਾਂ ਨਾਲ ਜੇ ਸਮਾਧੀ ਦਾ ਦਰਖਤ ਹੈ ਨਹੀਂ, ਹਾਂਜੀ ਹਾਂਜੀ, ਇਹਦੇ ਵਿੱਚ ਇੱਕ ਗੱਭਾ ਖੜਾ ਤਾ। ਅੱਛਾ, ਤਾਂ ਬਾਬੇ ਸਮਾਏ ਵਿੱਚ ਨਾ, ਉਸ ਤੀਰ ਵੱਢ ਕੇ ਲੈ ਗਏ? ਹਾਂ, ਉੱਥੇ ਖੜਾ ਸਿੱਧਾ ਦਰਖਤ, ਤਣਾ ਵੱਢ ਕੇ ਲੈ ਗਏ, ਉਹ ਵੱਢ ਲੈ। ਜਾ ਸਮਾਧੀ ਨਹੀਂ ਤੀ। ਅੱਛਾ ਜੀ। ਜਦ ਫਿਰ ਇਹ ਜਾਤੇ ਮਸ਼ਹੂਰੀ ਜ਼ਿਆਦਾ ਪਈ। ਫਿਰ ਇੱਕ ਸੰਤ ਤਾ, ਉਹ ਸੰਤ ਨੂੰ ਭਗਤ ਲੋਕ ਕਹਿਣ ਲੱਗ ਗਏ ਵੀ ਤੁਸੀਂ ਉਰੇ ਦੀਆਂ ਕਿੱਕਰਾਂ ਨਾ ਪੱਟੋ। ਮੈਂ ਕਿੱਕਰਾਂ ਪੱਟ ਲਈਆਂ ਧੱਕੇ 'ਤੇ। ਉਹਦੇ ਗੈਰ ਮਹਾਰਾਜ ਨੇ ਬਹੁਤ, ਬਾਬਾ ਜੀ ਨੇ ਕਰੋਪ ਹੋਏ। ਅੱਛਾ ਜੀ। ਫਿਰ ਵੀ ਉਹਨੂੰ ਕਿਹਾ ਵੀ ਜਿਹੜੀ ਤੇਰੇ ਲੋਹੜੀ ਭਰਦੀ ਉਰੀ ਭਰੇ ਕਰੂੰਗੀ। ਅੱਛਾ। ਇਹ ਭਗਤਾਂ ਦੇ ਬਚਨ ਹੋਏ, ਆਪਸ ਪਿੱਛੋਂ ਬੋਲਦੇ ਭਗਤ ਵੀ ਜਾਓ ਸੇਵਕੋ, ਚੱਕ ਚੱਕ ਕੇ ਖਾ ਕੇ ਲੋਕ ਥੱਕ ਜੂਗੇ, ਉਹਦਾ ਚੀਜ਼ਾਂ ਨਹੀਂ ਮੁੱਕੂਗੀਆਂ। ਅੱਛਾ ਜੀ। ਕੋਈ ਇਸ ਚੀਜ਼ ਦਾ ਘਾਟਾ ਨਹੀਂ, ਉਹਦਾ ਘੀ ਦਾ, ਦੁੱਧ ਦਾ, ਕੱਪੜੇ ਦਾ। ਕਿਸੇ ਅਸੀਂ 4-4 ਸੂਟ ਦਿੰਦੇ ਸੰਤਾਂ ਨੂੰ, 5-5 ਇੰਨੇ ਕੱਪੜੇ ਦਿੰਦੇ। ਅੱਛਾ ਜੀ। ਮੁੱਕਦੇ ਹੀ ਨਹੀਂ, ਕੋਈ ਵੀ ਚੀਜ਼ ਨਹੀਂ ਮੁੱਕਦੀ ਉਰੇ। ਫਿਰ ਕਿਹਾ ਵੀ ਮੰਗਣ ਨਹੀਂ ਜਾਣਾ ਕਿਸੇ ਦਾ। ਅੱਛਾ, ਕਦੇ ਅਸੀਂ ਕਿਸੇ ਦਾ ਮੰਗਣ ਨਹੀਂ ਜਾਣਾ। ਕੋਈ ਜੋ ਸਰਦਾ ਲਈ ਹੈ ਪ੍ਰੋਗਰਾਮ। ਹਾਂ, ਕੋਈ ਗਰਾਹੀ ਨਹੀਂ ਕਰਦੇ ਅਸੀਂ, ਬਾਬੇ ਦਾ ਬਚਨ ਹੈ ਇਹ। ਤਾਂ ਜੀ ਮਹਾਰਾਜ ਸਾਡੇ ਪਾਸ 200 ਬੋਰੀ ਕਣਕ ਦੀ ਚੜ੍ਹ ਜਾਂਦੀ, 200 ਤੇ ਵੀ 300। ਮਹਾਰਾਜ ਨੇ ਕਿਹਾ ਮੰਗਣ ਨਹੀਂ ਜਾਣਾ ਕਿਸੇ, ਇਹ ਬਾਬੇ ਦੇ ਬਚਨ ਹੈ। ਜੋ ਕੁਝ ਮਰਜ਼ੀ ਕਰੋ, ਮੰਗਣ ਨਹੀਂ ਜਾਣਾ, ਸੇਵਾ ਕਰੋ। ਵੀ ਜਿਹੜਾ ਮੇਰੇ ਗੁਰਦੁਆਰੇ ਦੀ ਸੇਵਾ ਕਰੂੰਗਾ, ਮੈਂ ਉਹਦੇ ਘਰ ਵੀ ਤੋਟ ਨਹੀਂ ਛੱਡੂੰਗਾ ਕਿਸੇ ਚੀਜ਼ ਦੀ। ਚੱਲਦਾ ਰਿਹਾ ਪ੍ਰੋਗਰਾਮ। ਫਿਰ ਲੋਹੜੀ ਲੱਗ ਗਈ ਭਾਨੂਰੇ। ਅੱਛਾ ਜੀ। ਉੱਥੇ ਦਾ ਸਮਾਨ ਸਾਰਾ ਉਰਾ ਆ ਗਿਆ। ਉੱਥੇ ਸਾਧ ਆਏ ਕਰਦੇ ਤੇ, ਹਾਥੀਆਂ ਵਾਲੇ ਸੰਤ ਆਏ ਕਰਦੇ ਤੇ, ਹਟ ਗਏ। ਡੇਰਾ ਢਹਿ ਗਿਆ ਜੀ। ਆ ਡੇਰਾ ਆਬਾਦ ਹੋ ਗਿਆ, ਹੁਣ ਚੰਗਰ ਦਾ ਡੇਰਾ ਕਹਿੰਦੇ। ਅੱਛਾ ਜੀ, ਸੰਗਤ ਦਾ ਡੇਰਾ ਕਹਿੰਦੇ। ਬਾਬਾ ਗਦਾਸ ਹੀ ਰਹਿੰਦਾ ਤਾ ਜੀ। ਉਹਦੇ ਵਿੱਚ ਇੰਨੀ ਤਾਕਤ ਸੀ, ਉੱਡ ਜੋ ਚਿੜੀਓ, ਮਰ ਜੋ ਚਿੜੀਓ, ਫਰੀਦ ਦੇ ਤੋਂ ਪਹੁੰਚ ਗਿਆ ਤਾ ਉਹ। ਬਾਬਾ ਫਰੀਦ ਜੀ ਦੀ ਜਿਹੜੀ ਬਾਣੀ। ਹਾਂ, ਵੀ ਉੱਡ ਜੋ ਚਿੜੀਓ, ਮਰ ਜੋ ਚਿੜੀਓ। ਹਾਂਜੀ। ਇਹ ਉਹਨੂੰ ਮਾੜਾ ਜਿਹਾ ਮਾਣ ਹੋ ਗਿਆ। ਹਾਂ, ਹੰਕਾਰ ਹੋ ਜਾਂਦਾ ਨਾ। ਬਿਲਕੁਲ ਜੀ। ਇਹ ਸਾਡੇ ਬਾਬੇ ਨੂੰ ਹੰਕਾਰ ਨਹੀਂ ਹੁੰਦਾ ਕਦੇ ਵੀ। ਇਹ ਛੇਤੀ ਕਿਸੇ ਨੂੰ ਕੁਛ ਕਹਿੰਦੇ ਵੀ ਨਹੀਂ, ਜੇ ਕਰੋਪ ਹੋ ਜਾਵੇ ਫਿਰ ਛੱਡਦੇ ਨਹੀਂ। ਅੱਛਾ ਜੀ। ਫਿਰ ਬਚਨ ਹੋਏ ਸੰਤਾਂ ਦੇ ਵੀ 8ਵੇਂ ਦਿਨ ਤਾਂ ਮੇਲਾ ਭਰੇ ਕਰੂੰਗਾ ਜੀ। ਜਾਂ ਕਿਸੇ ਨੂੰ ਨਹੀਂ ਪਤਾ ਵੀ 8ਵੇਂ ਦਿਨ ਮੇਲਾ ਭਰੇ ਕਰੂੰਗਾ, ਵੀ 8ਵੇਂ ਦਿਨ ਮੇਲਾ ਭਰੇ ਕਰੂੰਗਾ। ਸਾਲਾਨਾ ਮੇਲਾ ਲੋਹੜੀ ਨੂੰ ਭਰੇ ਕਰੂੰਗਾ ਜੀ, ਵੀ ਐਡਾ ਮੇਲਾ ਭਰੇ ਕਰੂੰਗਾ ਉਹ, ਵੀ ਬੰਨਿਆਂ ਪਰ ਸੰਗਤ ਖੜੇ ਕਰੂੰਗੀ। ਲੋਹੜੀ ਨੇ ਇੰਨਾ ਇਕੱਠ ਹੁੰਦਾ ਜੀ ਬੰਨਿਆਂ ਪਰ। ਪਿੰਡ ਦਾ ਬੰਨਾ ਕਿੱਡੀ ਦੂਰ ਆ, ਉਹ ਦੇਖੋ ਹੈਂ ਕਲੋਨੀਆਂ ਤੱਕ ਆ ਨਾ। ਅਸੀਂ ਕਹਿ ਕਰਦੇ ਵੀ ਇਹ 5 ਬੰਦੇ ਤਾਂ 10 ਆਉਂਦੇ ਨਹੀਂ, ਵੀ ਇੰਨੇ ਬੰਦੇ ਕਿੱਥੇ ਤੇ ਆ ਜੂਗੇ। ਹਾਂਜੀ। ਆ ਦੇਖਦੇ ਹੁਣ, ਦੇਖ ਲੈ ਹੁਣ ਤਾਂ ਇਸ ਵਾਰੀ ਉਹ ਬੰਦਿਆਂ ਤੇ ਹੀ ਚਾਣ ਲੱਗੀਆਂ ਗੱਡੀਆਂ। ਸਹੀ ਗੱਲ ਹੈ ਜੀ। ਦੇਖ ਲਿਆ ਤੁਸੀਂ? ਹਾਂ ਬਿਲਕੁਲ। ਵੀ ਇਹ ਭਾਈ ਇੰਨੀ ਹੈ ਵੀ ਜਿਹੜਾ ਉਹਦਾ ਸਰਦਾ ਦੇ ਗੈਲ ਆਉਂਦਾ ਹੈ, ਉਹਨੂੰ ਮਹਾਰਾਜ ਸਭ ਕੁਝ ਦਿੰਦਾ, ਪੁੱਤ ਵੀ ਦਿੰਦਾ, ਅੰਨ ਵੀ ਦਿੰਦਾ, ਜਾਇਦਾਦ ਵੀ ਦਿੰਦਾ, ਸਭ ਕੁਝ ਦਿੰਦਾ, ਧਨ ਵੀ ਦਿੰਦਾ। ਇਹ ਪਾਠ ਹੁੰਦੇ ਸਾਰੇ, ਸੇਵਾ ਹੁੰਦੀ, ਸੰਗਤ ਜਿੰਨਾ ਰਾਸਣ ਦੇ ਉਹ ਸੰਗਤਾਂ ਵੀ ਸੇਵਾ ਆਪੇ ਕਰਦੀਆਂ। ਉਹ ਮਹਾਰਾਜ ਵੀ ਪੰਕਤੀ ਨਹੀਂ ਲਗੀ ਵੀ ਆਪੇ ਸੰਗਤ ਸੱਦ ਬਹਲ ਹੈ। ਹਾਂਜੀ। ਆਪੇ ਵਿਦਾ ਕਰਾਵੇ। ਇਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਕਿੱਥੇ ਤੇ ਆਉਂਦੇ ਆ, ਸੰਗਤ ਹੈ ਆਪੇ ਆ ਗਈ,
ਹਾਂ ਬਿਲਕੁਲ ਜੀ। ਆਪਣੇ ਆਪਣੇ ਠੇਿਆਂ ਨੂੰ ਆਪੇ ਚਲੇ ਜਾਣਾ ਨਾ। ਆਪੇ ਚਲੇ ਜਾਣਾ। ਆ 2 ਵਜੇ ਤੇ ਬਾਅਦ ਕੋਈ ਨਹੀਂ ਦਿਖਣਾ। 5 ਵਜੇ ਸੰਗਤ ਨੇ ਇੰਨੀ ਓ ਫੇਰ ਆਉਣਾ ਸ਼ਾਮੀ। ਉਹ 10 ਵਜੇ ਤਾਈਂ। ਅੱਛਾ ਜੀ। ਜਿਹਨੇ ਹੁਣ ਗੱਡੀਆਂ ਜਿਹੜੇ ਦੂਰੋਂ ਆ ਰਹੇ ਨੇ। ਜਿਹਨੇ ਹੁਣ ਗੱਡੀਆਂ ਇੰਨੀ ਰਾਤ ਨੂੰ ਆਉਣੀਆਂ 10 ਵਜੇ ਤਾਈਂ। ਅੱਛਾ। ਲੰਗਰ ਇੱਕਣੀ ਫੇਰ ਚੱਲਣਾ। 24 ਘੰਟੇ ਲੰਗਰ ਚੱਲਦਾ ਉਹਦਾ। ਹਾਂ ਹਰ ਦਿਨ 24 ਘੰਟੇ। 24 ਘੰਟੇ। ਠੀਕ ਹੈ। ਤੇ ਬਾਪੂ ਜੀ ਹੁਣ ਆਪਾਂ ਇਹ ਗੁਰੂ ਗੋਬਿੰਦ ਮਹਾਰਾਜ ਦਾ ਜਿਹੜਾ ਇਤਿਹਾਸ ਆ ਉਹਦੇ ਬਾਰੇ ਦੱਸੋ ਸਾਡੀ ਸੰਗਤ ਨੂੰ। ਇਹ ਗੁਰੂ ਗੋਬਿੰਦ ਸਿੰਘ ਨੇ ਇਹ ਬਚਨ ਕਰੇ ਤੇ ਇਹਨਾਂ ਨੂੰ ਜੀ। ਵੀ ਮੰਗੋ ਜੋ ਕੋ ਮੰਗਦੇ ਨੇ ਤੁਸੀਂ, ਮੈਂ ਤੁਹਾਡੇ ਪਰ ਦਿਆਲ ਹੋ ਗਿਆ। ਗੁਰੂ ਪਾਤਸ਼ਾਹ ਭੰਗੀ ਦੇ ਯੁੱਧ ਲੜ ਕੇ ਆਏ ਸੀਗੇ ਜਾਂ ਕਿੱਦਾਂ? ਜਿਹੜਾ ਭਗਾਣੀਆਂ ਦਾ ਯੁੱਧ। ਭਗਾਣੀ ਦਾ ਯੁੱਧ, ਹਾਂਜੀ। ਅੱਛਾ, ਉਹ ਇਹ ਕੱਚਾ ਰਾਹ ਜਾਂਦਾ ਸੀਗਾ ਨਾ ਜਿਹੜਾ ਘੋੜਿਆਂ ਦਾ ਰਸਤਾ ਤਾ ਉਰੇ ਨੂੰ ਅਨੰਦਪੁਰ ਸਾਹਿਬ ਨੂੰ। ਠੀਕ ਹੈ ਜੀ। ਉਹ ਫਿਰ ਸੰਤਾਂ ਨੂੰ ਕਹਿੰਦੇ ਵੀ ਮੰਗ ਜੋ ਕੋ ਮੰਗਦਾ। ਸੰਤ ਅੱਛਾ ਜੀ। ਕਹਿੰਦੇ ਵੀ ਕੁਛ ਨਹੀਂ ਲੈਣਾ। ਉਹ ਕਹਿੰਦੇ ਦੂਆ ਬਚਨ ਹੈ, ਕਹਿੰਦੇ ਕੁਛ ਨਹੀਂ ਲੈਣਾ। ਕਹਿੰਦੇ ਤੀਆ ਬਚਨ ਹੈ, ਮੰਗ ਲੈ ਕੁਛ। ਹਾਂਜੀ। ਉਹ ਕਹਿੰਦੇ ਵੀ ਮੇਰੀ ਅਮਰ ਗੱਦੀ ਕਰ ਦਿਓ ਜੀ। ਅੱਛਾ ਜੀ। ਗੁਰੂ ਪਾਤਸ਼ਾਹ ਨੂੰ ਕਹਿੰਦੇ? ਹਾਂ। ਅਮਰਨਾਥ ਬਾਬਾ ਜੀ। ਹਾਂ, ਅਮਰ ਗੱਦੀ ਕਰਤੀ। ਅੱਛਾ ਜੀ। ਵੀ ਜਾ ਜਦ ਤਾਈਂ ਦੁਨੀਆ ਰਹੂੰਗੀ, ਜਦ ਤਾਈਂ ਅਮਰ। ਇਹ 10ਵੇਂ ਪਾਤਸ਼ਾਹ ਅਮਰ ਹੋ ਗਏ। ਇਹਦਾ ਨਾਥਾਂ ਬਿੱਤੇ ਤੇ ਇਹ। ਹਾਂ ਅੱਛਾ, ਜਿਹੜੇ ਨਾਥ ਨੌ ਨਾਥ ਤੇ ਆਸ਼ਨ 84। ਠੀਕ ਹੈ। ਵੀ ਉਹ ਅਮਰਨਾਥ ਵੀ ਅਮਰ ਗੱਦੀ ਕਰਤੀ। ਠੀਕ ਹੈ ਜੀ। ਜਦ ਮਰਜੀ ਧਿਆ ਲਓ, ਜਿੱਥੇ ਮਰਜੀ ਧਿਆ ਲਓ ਇਹਨੂੰ, ਸੱਚੇ ਦੇ ਗਏ। ਤੇ ਇੱਕ ਹੋਰ ਵੀ ਮੈਂ ਸੰਗਤ ਨੂੰ ਦੱਸਦਾ, ਗੁਰਬਾਣੀ ਦੇ ਵਿੱਚ 9 ਨਾਥ ਆਏ ਨੇ ਤੇ 4 ਜੋਗੀ ਆਏ ਨੇ, ਤੇ 9 ਨਾਥਾਂ ਦੇ ਵਿੱਚੋਂ ਹਨਾ ਅਮਰਨਾਥ ਸੀਗਾ। ਜਿਵੇਂ ਅਮਰਨਾਥ ਹੋ ਗਿਆ, ਬਾਲਕਨਾਥ, ਕਈ ਨਾਥ ਨੇ ਜਿਨ੍ਹਾਂ ਦੇ ਮਛੰਦਰਨਾਥ, ਸੰਗਰਨਾਥ, ਸੁੰਦਰਨਾਥ। ਹਾਂਜੀ। 9 ਨਾਥ। ਅੱਛਾ, ਉਹਨਾਂ ਵਿੱਚੋਂ ਅਮਰਨਾਥ ਜੀ ਇਹ ਅਮਰ ਕਰ ਦਿੱਤੇ ਸੀ। ਠੀਕ ਹੈ ਜੀ। ਉੱਥੋਂ ਤੋਂ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਵਰ ਦੇ ਦਿੱਤਾ ਸੀ। ਵਰ ਦੇ ਦਿੱਤਾ। ਤੇ ਅੱਜ ਤੱਕ ਉਹ ਸੱਚੀਓ ਚੱਲਦਾ ਆ ਰਿਹਾ ਹਨਾ। ਚੱਲਦਾ, ਵੱਧਦਾ ਜਾ ਰਿਹਾ। ਵੱਧਦਾ ਜਾ ਰਿਹਾ, ਘਟਦਾ ਨਹੀਂ ਹੈ, ਵੱਧਦਾ ਜਾ ਰਿਹਾ। ਸੱਚ ਹੈ ਨਾ। ਬਿਲਕੁਲ ਜੀ। ਕੋਈ ਠੱਗੀ ਨਹੀਂ, ਉਰੇ ਕਿਸੇ ਦਾ ਫਰੇਬ ਨਹੀਂ ਹੈ। ਜੋ ਗੱਲ ਅਸੀਂ ਅੱਗੇ ਤਾਂ ਭਗਤ ਦੱਸੇ ਕਰਦੇ ਤੇ ਜੀ, ਹੁਣ ਅਸੀਂ ਉਹਨਾਂ ਨੂੰ ਐਂ ਦੱਸ ਦਿੰਦੇ ਵੀ ਭਾਈ ਸਮਾਧੀ ਦੇ ਮੂਹਰੇ ਖੜ੍ਹ ਕੇ ਆਪ ਮੰਗ ਲਓ ਜੋ ਹਾਂ ਦਿਲ ਦੇ ਵਿੱਚ ਉਹਨਾਂ ਦੇ ਵੀ ਸੁੱਖ ਲਓ ਕੁਛ ਨਾ ਕੁਛ। ਉਹ ਮੰਗੀ ਅਮਰਨਾਥ ਪਾਵੇ ਹਨਾ। ਪਹਿਲਾਂ ਤਾਂ ਅਸੀਂ ਟੋਭੇ ਵਿੱਚ ਤੇ 5 ਟੋਭੇ ਗੱਡੇ ਕਰਦੇ ਤੇ। ਅੱਛਾ ਜੀ। ਗਾਰੇ ਦੇ। ਅੱਛਾ, ਆ ਜਿਹੜਾ ਨਾਲੀ ਆ ਇਹ ਹੁਣ ਤਾਂ ਸਰੋਵਰ ਬਣਾਤਾ ਅੱਧਾ। ਅੱਛਾ ਅੱਛਾ ਜੀ। ਜਾਣੀ ਉਹ ਫਿਰ 5 ਟੋਭੇ ਦੇ ਕੱਢਣੇ ਜੀ। ਜਿਹੜੇ ਨਿਆਣੇ ਪੜ੍ਹਦੇ ਤੇ ਪਾਸ ਹੋ ਜਾਣਾ ਜੀ। ਜਿਹੜਿਆਂ ਨੇ ਫੌਜੀ ਹੋਣਾ ਉਹਨਾਂ ਫੌਜੀ ਬਣ ਜਾਣਾ। ਜਿਹਨੇ ਕਹਿਣਾ ਵੀ ਮੈਂ ਐਂ ਕਰਨਾ ਚਾਹੁੰਦਾ 5 ਟੋਭੇ ਕੱਢੂੰਗਾ ਜੇ ਐਂ ਹੋ ਗਿਆ। ਜੇ ਕਿਸੇ ਨੂੰ ਰੋਗ ਲੱਗ ਗਿਆ 5 ਟੋਭੇ ਕੱਢੂੰਗਾ, ਮੇਰਾ ਤਾਪ ਹਟ ਜਾਵੇ, ਮੇਰਾ ਲੱਤ ਹਟ ਜਾਵੇ, ਹਟ ਜਾਂਦੀ। ਬਹੁਤ ਬਹੁਤ ਧੰਨਵਾਦ ਬਾਪੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਇਹ ਹੈਗਾ ਅਮਰਨਾਥ ਗੁਰਦੁਆਰਾ ਸਾਹਿਬ ਬਿੰਦਰਖ ਪਿੰਡ ਦੇ ਵਿੱਚ, ਜਿੱਥੇ ਸੁੱਖਾਂ ਵਾਰਾਂ ਆਉਂਦੀਆਂ ਨੇ। ਕਿਸੇ ਦਾ ਵਿਆਹ ਦੀ, ਬੱਚੇ ਦੀ, ਪ੍ਰਦੇਸਾਂ ਜਾਣਾ, ਉਹਨਾਂ ਦੀ ਸੁੱਖਾਂ ਵਾਰਾਂ ਬਿੰਦਰਖ ਪਿੰਡ ਦੇ ਵਿੱਚ ਅਮਰਨਾਥ ਬਾਬਾ ਜੀ ਦਾ ਗੁਰਦੁਆਰਾ। ਇਹਦਾ ਇਤਿਹਾਸ ਤੁਹਾਨੂੰ ਬਾਬਾ ਜੀ ਨੇ ਜਾਣੂ ਕਰਵਾ ਦਿੱਤਾ। ਗੁਰਦੁਆਰੇ ਦੇ ਤੁਹਾਨੂੰ ਦਰਸ਼ਨ ਵੀ ਕਰਵਾ ਦਿੱਤੇ ਨੇ। ਇੱਥੇ ਸਮਾਧ ਬਣੀ ਹੋਈ ਆ। ਗੁਰੂ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਵੀ ਪ੍ਰਕਾਸ਼ ਹੁੰਦਾ ਹਰੇਕ ਐਤਵਾਰ ਨੂੰ। ਇਸ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਹੁੰਦੀ ਹੈ ਅਤੇ ਅਖੰਡ ਪਾਠਾਂ ਦੇ ਭੋਗ ਪੈਂਦੇ ਹਨ। ਲੋਕ ਸੁੱਖਾਂ ਵਾਰਾ ਸੁੱਖਦੇ ਨੇ ਅਤੇ ਉਹਨਾਂ ਦੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ।